ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਬਿਉਰਾ। ਨਾਮ ਸ੍ਰੀ ਗੁਰੂ ਨਾਨਕ ਦੇਵ ਜੀ। ਪ੍ਰਕਾਸ਼ ਸਮਾਂ 20 ਅਕਤੂਬਰ 1469 ਈਸਵੀ 1526 ਬਿਕਰਮੀ ਕੱਤਕ ਦੀ ਪੂਰਨਮਾਸੀ। ਪ੍ਰਕਾਸ਼ ਸਥਾਨ ਰਾਏ ਭੋਏ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ, ਅੱਜ ਕੱਲ੍ਹ ਨਨਕਾਣਾ ਸਾਹਿਬ। ਪਿਤਾ ਜੀ ਸ੍ਰੀ ਕਲਿਆਣ ਦਾਸ ਮਹਿਤਾ ਜੀ, ਮਹਿਤਾ ਕਾਲੂ ਜੀ। ਮਾਤਾ ਜੀ ਮਾਤਾ ਤ੍ਰਿਪਤਾ ਜੀ। ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ। ਸੰਤਾਨ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ। ਗੁਰਤਾ ਗੱਦੀ ਧੁਰੋਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜੋਤੀ ਜੋਤ ਸਮਾਉਣ ਦਾ ਸਮਾਂ ਅਤੇ ਅਸਥਾਨ 7 ਸਤੰਬਰ 1539 ਈਸਵੀ ਅੱਸੂ ਬਦੀ 1596 ਬਿਕਰਮੀ ਨੂੰ ਕਰਤਾਰਪੁਰ ਸਾਹਿਬ, ਪਾਕਿਸਤਾਨ। ਕੁੱਲ ਉਮਰ ਤਕਰੀਬਨ 70 ਸਾਲ। ਗੁਰਬਾਣੀ ਵੇਰਵਾ 974 ਸ਼ਬਦ 19 ਰਾਗਾਂ ਦੇ ਵਿੱਚ। ਪ੍ਰਮੁੱਖ ਯਾਤਰਾਵਾਂ 4 ਉਦਾਸੀਆਂ ਦੇ ਰੂਪ ਵਿੱਚ 24 ਸਾਲ ਦਾ ਸਮਾਂ। ਸਾਰੇ ਹਿੰਦੁਸਤਾਨ, ਬੰਗਲਾਦੇਸ਼, ਪਾਕਿਸਤਾਨ, ਬਰਮਾ, ਸ੍ਰੀਲੰਕਾ, ਭੂਟਾਨ, ਤਿੱਬਤ, ਸਿੱਕਮ, ਨੇਪਾਲ, ਮੰਗੋਲੀਆ, ਤੁਰਕੀ, ਰੂਸ, ਇਟਲੀ, ਅਫਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰਬ ਆਦਿ ਵਿੱਚ ਲਕਾਈ ਨੂੰ ਸੱਚ ਦਾ ਮਾਰਗ ਦਰਸਨਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਹੁਕਮਰਾਨ ਬਹਿਲੋਲ ਲੋਧੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ, ਮੁਗਲ ਬਾਬਰ, ਹਿਮਾਯੂ। ਸਮਕਾਲੀ ਉੱਘੇ ਬੇਬੇ ਨਾਨਕੀ, ਰਾਏ ਬੁਲਾਰ, ਗੋਪਾਲ ਪਾਂਧਾ। ਉਸ ਸਮੇਂ ਦੀਆਂ ਸਿੱਖ ਸ਼ਖਸੀਅਤਾਂ ਹਰਦਿਆਲ ਪੁਰੋਹਿਤ, ਦੌਲਤ ਖਾਂ ਲੋਧੀ, ਭਾਈ ਲਾਲੋ, ਭਾਈ ਮਰਦਾਨਾ, ਭਾਈ ਵਾਲਾ, ਮਨਸੁਖ, ਭਗੀਰਥ, ਦੁਨੀ ਚੰਦ, ਸ਼ੇਖ ਸੱਜਣ, ਮੀਆਂ ਮਿੱਠਾ, ਹਮਜਾ ਗੌਸ, ਸਾਲਸ ਰਾਏ, ਨੂਰ ਸ਼ਾਹ, ਝੰਡਾ ਵਾਢੀ, ਕੌਡਾ ਰਾਖਸ਼ਸ, ਬਲੀ ਕੰਧਾਰੀ, ਰਾਜਾ ਸਿਵਨਾਬ, ਪੰਡਤ ਬ੍ਰਹਮਦਾਸ, ਜੀਵਨ ਭੂਮੀਆ, ਮਲਕ ਭਾਗੋ, ਪੀਰ ਬੁੱਢਣ ਸ਼ਾਹ, ਬਾਬਾ ਬੁੱਢਾ ਜੀ, ਕਾਜੀ ਰੁਕਨਦੀਨ, ਸ਼ੇਖ ਬਹਿਲੋਲ, ਬਗਦਾਦ। ਮੁੱਖ ਉਪਦੇਸ਼: ਇੱਕ ਦੀ ਅਰਾਧਨਾ, ਇੱਕ ਦੀ ਉਪਾਸਨਾ। ਸਚਿਆਰ ਬਣੇ ਬਗੈਰ ਪ੍ਰਭੂ ਮਿਲਾਪ ਸੰਭਵ ਨਹੀਂ। ਭਰਮਾਂ ਵਹਿਮਾਂ ਦਾ ਤਿਆਗ ਕਰਕੇ ਸਚਿਆਰ ਬਣਨ ਲਈ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਰਬੱਤ ਦਾ ਭਲਾ ਕਰੋ ਤੇ ਮੰਗੋ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਦੇ ਧਾਰਨੀ ਬਣੋ। ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਸੇਧਾਂ ਅਤੇ ਲੋਕ ਭਲਾਈ ਦੇ ਕੰਮ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਮੱਤ ਦੇ ਸੰਚਾਲਕ ਅਤੇ ਪਹਿਲੇ ਗੁਰੂ ਹੋਏ ਹਨ। ਉਹਨਾਂ ਦਾ ਜਨਮ ਬੇਦੀ ਕੁਲ ਵਿੱਚ ਹੋਇਆ। ਬਚਪਨ ਵਿੱਚ ਸਧਾਰਨ ਗੁਰਮੁਖੀ, ਸੰਸਕ੍ਰਿਤ ਅਤੇ ਫਾਰਸੀ ਵਿੱਦਿਆ ਹਾਸਲ ਕੀਤੀ, ਪਰ ਨਾਲ ਹੀ ਦਰਗਾਹੀ ਗਿਆਨ ਦੇ ਧਾਰਕ ਜਗਤ ਗੁਰੂ ਜੀ ਦੇ ਪਾਂਧੇ ਪੁਰੋਹਿਤ ਤੇ ਵੈਦ ਨੂੰ ਵੀ ਉਪਦੇਸ਼, ਸੱਚੀ ਅਤੇ ਸੁੱਚੀ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਆਪ ਦੀਆਂ ਅਧਿਆਤਮਕ ਰੁਚੀਆਂ ਦੇਖ ਕੇ ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ, ਕਲਿਆਣ ਦਾਸ ਜੀ ਨੇ ਆਪ ਨੂੰ ਕੁਝ ਆਰਥਿਕ ਤੌਰ 'ਤੇ ਉਪਯੋਗੀ ਧੰਦਿਆਂ ਵਿੱਚ ਲਗਾਉਣ ਦਾ ਯਤਨ ਕੀਤਾ, ਪਰ ਗੁਰੂ ਜੀ ਵੱਲੋਂ ਵਪਾਰ ਲਈ ਦਿੱਤੇ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚੇ ਸੌਦੇ ਦਾ ਸੰਦੇਸ਼ ਦਿੱਤਾ। ਫਿਰ ਗੁਰੂ ਜੀ ਨੂੰ ਨਵਾਬ ਸੁਲਤਾਨਪੁਰ ਲੋਧੀ ਦੇ ਸਰਕਾਰੀ ਮੋਦੀਖਾਨੇ ਦੀ ਸੇਵਾ 'ਤੇ ਲਗਾਇਆ। ਇਹ ਸੇਵਾ ਉਹਨਾਂ ਨੇ ਕੋਈ 13 ਸਾਲ ਦੇ ਕਰੀਬ ਨਿਭਾਈ ਅਤੇ ਗਰੀਬਾਂ ਨੂੰ ਖੁੱਲ੍ਹ ਦਿਲੀ ਨਾਲ ਮੋਦੀਖਾਨੇ ਦਾ ਰਾਸ਼ਨ 13-13 ਕਰਕੇ ਤੋਲਦਿਆਂ ਗੁਰੂ ਜੀ ਨੇ ਗਰੀਬ ਪਰਵਰ ਹੋਣ ਦਾ ਸੰਦੇਸ਼ ਦਿੱਤਾ। ਸੰਨ 1499 ਈਸਵੀ ਵਿੱਚ ਜਦ ਗੁਰੂ ਜੀ ਰੋਜ਼ਾਨਾ ਦੇ ਨਿੱਤ ਕਰਮ ਅਨੁਸਾਰ ਸੁਲਤਾਨਪੁਰ ਦੇ ਲਾਗੇ ਵਗਦੀ ਪਈ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਅਲੋਪ ਹੋ ਕੇ ਅਕਾਲ ਪੁਰਖ ਦੀ ਹਜ਼ੂਰੀ ਪੁੱਜੇ। ਪਾਰ ਬ੍ਰਹਮ ਤੋਂ ਮਨੁੱਖਤਾ ਦੀ ਭਲਾਈ, ਦੇਵੀ ਦੇਵਤਿਆਂ ਦੀ ਪੂਜਾ ਅਰਚਾ ਛੱਡ ਕੇ ਇੱਕ ਅਕਾਲ ਪੁਰਖ ਮੂਲ ਮੰਤਰ ਦਾ ਸਿਧਾਂਤ ਦਾ ਧਿਆਨ ਕਰਨ ਅਤੇ ਘਰ ਘਰ ਅੰਦਰ ਧਰਮਸਾਲ ਹੋਵੇ ਦਾ ਸੰਦੇਸ਼ ਪ੍ਰਾਪਤ ਕੀਤਾ। ਇਹ ਗਿਆਨ ਸਭ ਤੋਂ ਪਹਿਲਾਂ ਭਾਈ ਭਗੀਰਥ ਨੂੰ ਦਿੱਤਾ। ਉਪਰੰਤ ਦੇਸ਼ ਰਟਣ ਲਈ ਤੁਰ ਪਏ ਅਤੇ ਭਾਰਤ ਦੇ ਕਈ ਬਾਹਰਲੇ ਦੇਸ਼ਾਂ ਵਿੱਚ ਭ੍ਰਮਣ ਕਰਕੇ ਲੁਕਾਈ ਨੂੰ ਗ੍ਰਸਤੀ ਰਹਿ ਕੇ ਸੱਚ ਧਰਮ ਦਾ ਪਾਲਣ ਕਰਦਿਆਂ ਸੱਚੇ ਅਧਿਆਤਮਕ ਸੁੱਖ ਅਤੇ ਆਤਮਕ ਕਲਿਆਣ ਪ੍ਰਾਪਤੀ ਦਾ ਮਾਰਗ ਦਰਸ਼ਨ ਕੀਤਾ ਅਤੇ 4 ਵੱਡੀਆਂ ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ ਵਿੱਚ ਗੁਰੂ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਜਿਵੇਂ ਕਿ ਕੁਰੂਕਸ਼ੇਤਰ, ਹਰਿਦੁਆਰ, ਬਨਾਰਸ, ਗਿਆ, ਜਗਨਨਾਥਪੁਰੀ ਦੀ ਯਾਤਰਾ ਕੀਤੀ ਅਤੇ ਭਾਰਤੀਆਂ ਨੂੰ ਧਰਮ ਅਧਰਮ ਦਾ ਨਿਰਣਾ ਕਰਕੇ ਜਿਨ੍ਹਾਂ ਭੇਖਾਂ, ਰੀਤੀਆਂ, ਰਸਮਾਂ, ਦੰਭਾਂ, ਫੋਕੀ ਪੂਜਾ ਆਦਿ ਨੂੰ ਧਰਮ ਸਮਝਿਆ ਜਾ ਰਿਹਾ ਸੀ, ਇਸ ਦੇ ਖੋਖਲੇਪਣ ਨੂੰ ਪ੍ਰਗਟ ਕੀਤਾ। ਦੂਸਰੀ ਉਦਾਸੀ ਵਿੱਚ ਗੁਰੂ ਜੀ ਨੇ ਪੰਜਾਬ ਤੋਂ ਸੰਗਲਾਦੀਪ ਲੰਕਾ ਤੱਕ ਧਰਮ ਪ੍ਰਚਾਰ ਕੀਤਾ। ਫਿਰ ਗੁਰੂ ਜੀ ਪੰਜਾਬ ਆ ਗਏ।
ਤੀਸਰੀ ਉਦਾਸੀ ਵਿੱਚ ਗੁਰੂ ਜੀ ਕਸ਼ਮੀਰ ਦੇ ਪ੍ਰਸਿੱਧ ਵਿਦਵਾਨਾਂ ਨੂੰ ਮਿਲੇ ਅਤੇ ਹਿਮਾਲਿਆ ਪਰਬਤ ਵਿੱਚ ਸਥਿਤ ਜੋਗੀਆਂ ਸਿੱਧਾਂ ਨਾਥਾਂ ਦੇ ਪ੍ਰਸਿੱਧ ਕੇਂਦਰਾਂ 'ਤੇ ਗਏ ਅਤੇ ਉੱਥੇ ਧਰਮ ਦਾ ਪ੍ਰਚਾਰ ਕੀਤਾ। ਚੌਥੀ ਉਦਾਸੀ ਵਿੱਚ ਗੁਰੂ ਜੀ ਮੱਕੇ, ਮਦੀਨੇ, ਬਗਦਾਦ ਆਦਿ ਮੁਸਲਮਾਨੀ ਕੇਂਦਰਾਂ 'ਤੇ ਧਰਮ ਅਸਥਾਨਾਂ 'ਤੇ ਪੁੱਜੇ ਅਤੇ ਆਪਣਾ ਸੰਦੇਸ਼ ਦਿੱਤਾ। ਪੰਜਾਬ ਵਿੱਚ ਵਾਪਸ ਆ ਕੇ ਗੁਰੂ ਜੀ ਆਪਣੇ ਵਸਾਏ ਹੋਏ ਪਿੰਡ ਕਰਤਾਰਪੁਰ ਵਿੱਚ ਟਿਕ ਗਏ। ਪਰ ਇੱਕ ਵਾਰੀ ਫਿਰ ਗੁਰੂ ਜੀ ਨੇ ਪੰਜਾਬ ਦੀ ਯਾਤਰਾ ਕੀਤੀ ਅਤੇ ਵਿਸ਼ੇਸ਼ ਕਰਕੇ ਸੈਦਪੁਰ, ਬਾਗਪਟਨ, ਮੁਲਤਾਨ, ਅਚਲ, ਬਟਾਲਾ ਆਦਿ ਕੇਂਦਰ ਦੇਖੇ। ਸੈਦਪੁਰ ਬਾਬਰ ਦੇ ਹੱਲਿਆਂ ਨਾਲ ਤਬਾਹ ਹੋਇਆ ਸੀ। ਗੁਰੂ ਜੀ ਨੇ ਉਸ ਤਬਾਹੀ ਉੱਪਰ ਰੋਸ ਕੀਤਾ। ਬਾਗਪਟਨ ਤੇ ਮੁਲਤਾਨ ਮੁਸਲਮਾਨੀ ਕੇਂਦਰ ਸਨ। ਇੱਥੇ ਗੁਰੂ ਜੀ ਨੇ ਧਰਮਾਂ ਦੀ ਏਕਤਾ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਅਚਲ, ਬਟਾਲਾ ਜੋਗੀਆਂ ਦਾ ਕੇਂਦਰ ਸੀ। ਇਸ ਤਰ੍ਹਾਂ ਜੀਵਨ ਦੇ ਲਗਭਗ 24 ਸਾਲ ਦੇਸ਼ ਵਿਦੇਸ਼ਾਂ ਵਿੱਚ ਤੁਰ ਫਿਰ ਕੇ ਗੁਰੂ ਜੀ ਨੇ ਧਰਮ ਦਾ ਪ੍ਰਚਾਰ ਕੀਤਾ। ਉਪਰੰਤ ਕੋਈ 18 ਸਾਲ ਗੁਰੂ ਜੀ ਕਰਤਾਰਪੁਰ ਵਿਖੇ ਰਹੇ। ਕਰਤਾਰਪੁਰ ਵਿਖੇ ਗੁਰੂ ਜੀ ਨੇ ਆਪਣੇ ਅਮਲੀ ਜੀਵਨ ਵਿੱਚ ਆਪਣੇ ਉਦੇਸ਼ਾਂ ਨੂੰ ਸਾਖਿਆਤ ਕਰਕੇ ਦੱਸਿਆ ਕਿ ਕਿਵੇਂ ਰਾਜ ਅਤੇ ਯੋਗ ਨੂੰ ਇਕੱਠਿਆਂ ਨਿਭਾਇਆ ਜਾ ਸਕਦਾ ਹੈ। ਵਕਤ ਦੇ ਬਾਦਸ਼ਾਹ ਦੀ ਕੈਦ ਵਿੱਚ ਹੁੰਦਿਆਂ ਵੀ ਬਾਬਰ ਦੇ ਸਾਹਮਣੇ ਉਸ ਨੂੰ ਜਾਬਰ ਕਹਿਣ ਦੀ ਜੁਰਤ ਕੀਤੀ ਅਤੇ ਨਾ ਸਿਰਫ ਉਸ ਦੇ ਕੀਤੇ ਜਾ ਰਹੇ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਬਲਕਿ ਰਾਜ ਪਦ ਵਿੱਚ ਉਸ ਵੱਲੋਂ ਪ੍ਰਜਾ ਦੇ ਹੋਏ ਘਾਣ ਦਾ ਅਹਿਸਾਸ ਕਰਵਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਤੇ ਮੁਸਲਮਾਨਾਂ ਦਾ ਧਿਆਨ ਉਸ ਅਤ ਉੱਚੇ ਤੇ ਸੁੱਚੇ ਅਸੂਲ ਵੱਲ ਦਿਵਾਉਣਾ ਚਾਹੁੰਦੇ ਸਨ ਜਿਹੜਾ ਕਿ ਪ੍ਰੇਮਾ ਭਗਤੀ ਤੇ ਮਨੁੱਖ ਮਾਤਰ ਦਾ ਪਿਆਰ ਦ੍ਰਿੜਾਉਂਦਾ ਹੈ। ਗੁਰੂ ਸਾਹਿਬ ਨੂੰ ਇੱਕ ਪਾਸੇ ਤਾਂ ਇੱਕ ਕੌਮ ਦੇ ਜਾਬਰਾਨਾ ਤਵੱਸਵ ਦਾ ਤੇ ਦੂਜੇ ਪਾਸੇ ਦੂਜੀ ਕੌਮ ਦੇ ਅੰਨੇ ਤੇ ਡੂੰਘੇ ਵਹਿਮਾਂ ਦਾ ਮੁਕਾਬਲਾ ਕਰਨਾ ਪਿਆ, ਪਰ ਸਤਿਗੁਰਾਂ ਨੇ ਅਜਿਹੀਆਂ ਸਾਰੀਆਂ ਔਕੜਾਂ ਨੂੰ ਪਿਆਰ ਅਤੇ ਵਿਚਾਰ ਦੇ ਬਲ ਤੇ ਕਾਬੂ ਕੀਤਾ। ਤਤਕਾਲੀ ਸਮਾਜ ਦੇ ਸਾਰੇ ਵਰਗਾਂ ਵਿੱਚ ਫੈਲੀ ਅਗਿਆਨਤਾ, ਭ੍ਰਿਸ਼ਟ ਰੀਤੀ ਰਿਵਾਜਾਂ, ਬਾਹਰੀ ਅਡੰਬਰ ਅਤੇ ਅੰਧ ਵਿਸ਼ਵਾਸਾਂ ਨੂੰ ਦੂਰ ਕਰਕੇ ਇੱਕ ਈਸ਼ਵਰ ਦੀ ਅਰਾਧਨਾ ਅਤੇ ਭਾਈਚਾਰੇ ਦੀ ਭਾਵਨਾ ਦੇ ਪ੍ਰਸਾਰ ਦੇ ਮੰਤਵ ਨਾਲ ਉਦਾਸੀਆਂ ਦੀ ਸ਼ਕਲ ਵਿੱਚ ਸੰਸਾਰ ਯਾਤਰਾ ਕੀਤੀ ਤੇ ਇਸੇ ਮਕਸਦ ਨਾਲ ਲੰਕਾ, ਕਸ਼ਮੀਰ, ਤੁਰਕਿਸਤਾਨ, ਮੱਕੇ ਤੇ ਸ਼ਾਇਦ ਰੂਸ ਤੱਕ ਵੀ ਪਹੁੰਚੇ। ਆਪਣੀ ਪ੍ਰਚਾਰ ਯਾਤਰਾ ਦੌਰਾਨ ਸੰਸਾਰ ਨੂੰ ਦੁੱਖ ਰੂਪ ਜਾਣ ਕੇ ਇਸ ਦਾ ਤਿਆਗ ਕਰਕੇ ਪਰਬਤਾਂ ਵਿੱਚ ਛੁਪਣ ਵਾਲੇ ਸਿੱਧਾਂ ਨੂੰ ਮਿਲੇ। ਫਿਰ ਉਹਨਾਂ ਨਾਲ ਗੋਸ਼ਟੀ ਦੁਆਰਾ ਗ੍ਰਸਤ ਮਾਰਗ ਦੀ ਮਹੱਤਤਾ ਬਾਰੇ ਦੱਸਿਆ। ਸਿੱਧ ਕੀਤਾ ਕਿ ਪ੍ਰਭੂ ਪ੍ਰਾਪਤੀ ਉੱਚੇ ਸੁੱਚੇ ਜੀਵਨ ਬਤੀਤ ਕਰਦਿਆਂ ਗ੍ਰਸਤ ਮਾਰਗ ਵਿੱਚ ਰਹਿ ਕੇ ਵਿਵਸਥਾਵਾਂ ਵਿੱਚ ਸੁਧਾਰ ਲਿਆ ਕੇ ਹੀ ਹੋ ਸਕਦੀ ਹੈ, ਨਾ ਕਿ ਇਸ ਤਰ੍ਹਾਂ ਤਿਆਗ ਕਰਕੇ। ਪ੍ਰਚਲਿਤ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ, ਜਿਨ੍ਹਾਂ ਵਿੱਚ ਜਾਤੀ ਪ੍ਰਥਾ, ਪੁਰੋਹਿਤ ਵਰਗ ਦਾ ਖੰਡਨ, ਖੋਖਲੇ ਰੀਤੀ ਰਿਵਾਜਾਂ ਦੀ ਨਿੰਦਾ, ਬੈਰਾਗ ਵਿੱਚ ਅਵਿਸ਼ਵਾਸ, ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ ਦੇ ਨਾਲ ਨਾਲ ਆਪਣੇ ਉਪਦੇਸ਼ਾਂ ਵਿੱਚ ਨਾਮ ਦਾ ਜਾਪ, ਸ਼ਬਦਾਂ ਦੀ ਮਹਿਮਾ, ਗੁਰੂ ਦਾ ਮਹੱਤਵ, ਆਵਾਗਾਉਣ ਅਤੇ ਕਰਮ ਸਿਧਾਂਤ, ਵਿਸ਼ਵ ਭਾਈਚਾਰਾ, ਉਚਿਤ ਆਚਾਰ, ਨੈਤਿਕਤਾ ਅਤੇ ਸਮਾਜ ਸੇਵਾ, ਇਮਾਨਦਾਰੀ ਦੀ ਕਮਾਈ 'ਤੇ ਜ਼ੋਰ ਅਤੇ ਸੱਚਖੰਡ ਦੀ ਪ੍ਰਾਪਤੀ ਦਾ ਪ੍ਰਚਾਰ ਕੀਤਾ। ਲੁਕਾਈ ਨੂੰ ਅਮਲੀ ਜੀਵਨ ਵਿੱਚ ਸੱਚੇ ਅਤੀਤ, ਸੱਚੇ ਵਪਾਰੀ, ਸੱਚੇ ਕਿਸਾਨ ਅਤੇ ਸੱਚੇ ਗ੍ਰਹਿਸਤੀ ਦਾ ਨਮੂਨਾ ਜਿਉਂ ਕੇ ਦਿਖਾਇਆ। ਸਦੀਆਂ ਤੋਂ ਮਰਦ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਆ ਰਹੀ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਲੁਕਾਈ ਨੂੰ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਦਾ ਸੰਦੇਸ਼ ਦਿੱਤਾ। ਸੰਸਾਰ ਦੇ ਪੈਗੰਬਰਾਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਵਿਸ਼ੇਸ਼ ਰੁਤਬਾ ਪ੍ਰਾਪਤ ਹੈ। ਗੁਰੂ ਜੀ ਨੇ ਅਮੀਰ ਗਰੀਬ, ਊਚ ਨੀਚ ਦਾ ਭੇਦਭਾਵ ਮਿਟਾਉਣ ਲਈ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਮਲਕ ਭਾਗੋ ਦੇ ਪਕਵਾਨਾਂ ਨਾਲੋਂ ਬਿਹਤਰ ਸਮਝੀ। ਗਰੀਬਾਂ ਦੇ ਹੱਕ ਵਿੱਚ ਜਰਵਾਨਿਆਂ ਦੇ ਖਿਲਾਫ ਆਵਾਜ਼ ਉਠਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨਿਰਾਲੇ ਅਤੇ ਬਿਲਕੁਲ ਨਵੇਂ ਸਿੱਖ ਮੱਤ ਦੇ ਬਾਨੀ ਸਨ। ਇਸੇ ਲਈ ਭਾਈ ਗੁਰਦਾਸ ਜੀ ਲਿਖਦੇ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਇਸ ਲਹਿਰ ਨੂੰ ਹੋਰ ਜਥੇਬੰਦ ਕਰਨ ਲਈ ਅਤੇ ਉਸ ਜਥੇਬੰਦੀ ਨੂੰ ਗੁਰੂ ਦੀ ਅਗਵਾਈ ਦੇਣ ਲਈ ਹੇਠ ਦਿੱਤੇ ਵਿਸ਼ੇਸ਼ ਕਦਮ ਉਠਾਏ। ਗੁਰੂ ਜੀ ਨੇ ਆਪਣੀ ਬਾਣੀ ਪੋਥੀ ਰੂਪ ਵਿੱਚ ਇਕੱਤਰ ਕਰਕੇ ਆਪਣੇ ਉੱਤਰਾਧਿਕਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬਣਾਇਆ। ਗੁਰੂ ਜੀ ਨੇ ਕਰਤਾਰਪੁਰ ਵਿਖੇ ਵਿਸ਼ੇਸ਼ ਸੰਗਤ ਕਾਇਮ ਕੀਤੀ। ਗੁਰੂ ਜੀ ਨੇ ਲੰਗਰ ਦੀ ਪਰੰਪਰਾ ਤੋਰੀ। ਆਪਣੀ ਕਮਾਈ ਜੋ ਆਪ ਨੂੰ ਕਰਤਾਰਪੁਰ ਵਿੱਚ ਖੇਤੀ ਕਰਨ ਤੋਂ ਮਿਲਦੀ ਸੀ, ਉਸ ਦੇ ਨਾਲ ਲੰਗਰ ਨੂੰ ਸਫਲ ਕੀਤਾ। ਇਸ ਤਰ੍ਹਾਂ ਆਪਣੇ ਮੁੱਖ ਸਿਧਾਂਤਾਂ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹਨਾਂ ਸਿਧਾਂਤਾਂ ਨੂੰ ਪ੍ਰਚਾਰਿਆ। ਆਪਣੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ
ਗੁਰੂ ਜੀ ਨੇ ਆਪਣੀ ਥਾਂ ਤੇ ਆਪਣਾ ਉੱਤਰਾਧਿਕਾਰੀ ਆਪਣੇ ਸਰਵਸ਼੍ਰੇਸ਼ਠ ਚੇਲੇ ਜਾਂ ਸਿੱਖ ਭਾਈ ਲਹਿਣਾ ਜੀ ਨੂੰ ਬਣਾਇਆ ਅਤੇ ਇਹਨਾਂ ਦਾ ਨਾਮ ਗੁਰੂ ਅੰਗਦ ਦੇਵ ਰੱਖਿਆ, ਜਿਸ ਦਾ ਭਾਵ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਅੰਗ ਹਨ।